हेलो क्लास। आज अपन नेक्स्ट टॉपिक करन जा रहे हैं, दैट इज स्टोरेज क्लास इन सी। सो स्टोरेज क्लास इन सी मीनस जो भी आप अपने प्रोग्राम च वेरिएबल्स यूज करते हैं, फंक्शंस यूज करते हैं, वो एक्चुअल च वेरिएबल्स कित्थे जाके स्टोर ਹੁੰਦੇ ਆ, ਉਹਨਾਂ ਦੀ ਲਾਈਫ ਕਿੰਨੀ ਹੁੰਦੀ ਹੈ, ਉਹਨਾਂ ਦੀ ਐਗਜ਼ਿਸਟੈਂਸ ਕਿੰਨੀ ਹੁੰਦੀ ਹੈ ਤੇ ਇਨੀਸ਼ੀਅਲ ਵੈਲਿਊ ਕੀ ਹੁੰਦੀ ਹੈ, ਉਹਦੇ ਬਾਰੇ ਆਪਾਂ ਡਿਸਕਸ ਕਰਾਂਗੇ। ਸੋ ਦ ਸਟੋਰੇਜ ਕਲਾਸ ਇਜ਼ ਯੂਜ਼ਡ ਟੂ ਡਿਸਕ੍ਰਾਈਬ ਦ ਫੋਲੋਇੰਗ ਪ੍ਰੋਪਰਟੀਜ਼ ਆਫ ਦੀ वेरिएबल मीनस वेरिएबल ਦੀਆਂ ਫੋਲੋਇੰਗ ਕੁਝ ਪ੍ਰੋਪਰਟੀਜ਼ ਨੇ, ਉਹਨਾਂ ਨੂੰ ਆਪਾਂ ਡਿਸਕਸ ਕਰਾਂਗੇ ਕਿ ਕੋਈ ਵੀ ਵੇਰੀਏਬਲ ਹੈ ਉਹ ਕਿੱਥੇ ਜਾ ਕੇ ਸਟੋਰ ਹੁੰਦਾ, ਲਾਈਕ ਉਹਦੀ ਲੋਕੇਸ਼ਨ ਕੀ ਹੈ, ਮੈਮਰੀ 'ਚ ਸਟੋਰ ਹੁੰਦਾ ਕਿ ਰਜਿਸਟਰ 'ਚ ਜਾ ਕੇ ਸਟੋਰ ਹੁੰਦਾ, ਉਹਦੀ ਇਨੀਸ਼ੀਅਲ ਵੈਲਿਊ ਕੀ ਰਹੀ ਹੋਏਗੀ, ਜ਼ੀਰੋ ਵੈਲਿਊ ਹੋਏਗੀ ਜਾਂ ਕੋਈ ਵੀ ਰੈਂਡਮ ਗਾਰਬੇਜ ਵੈਲਿਊ ਹੋ ਸਕਦੀ ਹੈ। ਉਹਦਾ ਸਕੋਪ ਮੀਨਸ ਕਿ ਰੇਂਜ ਆਫ ਦਾ ਵੇਰੀਏਬਲ ਦੀ ਰੇਂਜ ਕਿੰਨੀ ਹੈ, ਕਿ ਕਿੰਨੀ ਕੁ ਰੇਂਜ ਤੱਕ ਆਪਾਂ ਉਸ ਵੇਰੀਏਬਲ ਨੂੰ ਯੂਜ਼ ਕਰ ਸਕਦੇ ਹਾਂ। ਐਂਡ ਲਾਸਟ ਥਿੰਗ ਇਜ਼ ਦਾ ਲਾਈਫ ਇਜ਼ ਦਾ ਐਗਜ਼ਿਸਟੈਂਸ ਆਫ ਦੀ ਵੇਰੀਏਬਲ, ਲਾਈਕ ਉਹ ਕਿੰਨੇ ਕੁ ਟਾਈਮ ਤੱਕ ਉਹ ਵੇਰੀਏਬਲ ਐਗਜ਼ਿਸਟ ਕਰਦਾ ਤੁਹਾਡੇ ਪ੍ਰੋਗਰਾਮ ਦੇ ਵਿੱਚ, ਤੁਹਾਡੀ ਮੈਮਰੀ ਦੇ ਵਿੱਚ, ਉਹਨੂੰ ਆਪਾਂ ਡਿਸਕਸ ਕਰਾਂਗੇ। So basically there are four types of storage classes. First is the static class, automatic storage class, register storage class, and external storage class. So next, the first type is the automatic storage class. Automatic storage class की ਜਦੋਂ ਆਪਾਂ suppose ਕਰੋ ਕੋਈ ਵੀ variable ਆ, ਉਹਨੂੰ specify ਨਹੀਂ ਕਰਦੇ ਕਿ ਇਹ ਕਿਸ storage class ਚ ਕਿਸ storage class ਤੋਂ belong ਕਰਦਾ। So ਉਹ actual ਚ ਕੀ ਆ, automatically automatic storage class ਤੋਂ belong ਕਰਦਾ ਹੈ। ਲਾਈਕ ਸਪੋਜ਼ ਕਰੋ ਅਗਰ ਅਸੀਂ ਲਿਖਿਆ ਇੰਟ i ਇਜ਼ ਇਕਲਸ ਟੂ 5, ਇਟ ਮੀਨਸ ਅੱਗੇ ਆਪਾਂ ਮੈਂਸ਼ਨ ਨਹੀਂ ਕੀਤਾ ਕਿ ਇਹ ਕਿਹੜੀ ਸਟੋਰੇਜ ਕਲਾਸ ਤੋਂ ਬਿਲੋਂਗ ਕਰਦਾ, ਤੇ ਇਹ 'ਚ ਕੀ ਹੋਏਗਾ, ਆਟੋਮੈਟਿਕਲੀ ਉਹ ਆਟੋ ਸਟੋਰੇਜ ਕਲਾਸ ਨੂੰ ਹੀ ਬਿਲੋਂਗ ਕਰੇਗਾ। ਮੀਨਸ ਜਿਹੜਾ ਵੇਰੀਏਬਲ ਹੈ, ਕੰਪਾਈਲਰ ਉਹਨੂੰ ਕੰਸੀਡਰ ਕਰੇਗਾ ਕਿ ਇਹ ਆਟੋ ਸਟੋਰੇਜ ਕਲਾਸ ਤੋਂ ਬਿਲੋਂਗ ਕਰਦਾ ਹੈ। ਸੋ ਇਹਦੇ ਵਿੱਚ ਕੀ ਹੈ, ਆਟੋਮੈਟਿਕ ਸਟੋਰੇਜ ਕਲਾਸ 'ਚ ਕੀਵਰਡ ਕਿਹੜਾ ਯੂਜ਼ ਹੋਏਗਾ, ਆਟੋ, AUTO। ਇਹਦੀ ਲੋਕੇਸ਼ਨ ਕੀ ਹੈ, ਜਿਹੜਾ ਵੇਰੀਏਬਲ ਹੈ ਕਿੱਥੇ ਸਟੋਰ ਹੋਏਗਾ, ਮੈਮਰੀ ਦੇ ਵਿੱਚ। ਐਂਡ ਇਹਦੀ ਇਨੀਸ਼ੀਅਲ ਵੈਲਿਊ, ਡਿਫਾਲਟ ਇਨੀਸ਼ੀਅਲ ਵੈਲਿਊ ਕੀ ਹੋਏਗੀ, ਕੋਈ ਵੀ ਰੈਂਡਮ ਗਾਰਬੇਜ ਵੈਲਿਊ। ਮੀਨਸ ਅਗਰ ਸਪੋਜ਼ ਕਰੋ ਆਪਾਂ ਕੋਈ ਵੀ ਪ੍ਰੋਗਰਾਮ ਬਣਾਉਂਦੇ ਹਾਂ, ਪ੍ਰੋਗਰਾਮ ਬਣਾਇਆ ਲਾਈਕ ਸਪੋਜ਼ ਕਰੋ ਇੰਟ ਆਈ, ਕਲੀਅਰ ਹੈ, ਤੇ ਪ੍ਰਿੰਟ ਕਰਾਤਾ ਆਪਾਂ ਆਈ। ਇੱਥੇ ਆਪਾਂ ਆਈ ਦੀ ਕੋਈ ਵੈਲਿਊ ਨਹੀਂ ਦਿੱਤੀ ਕਿ ਆਈ ਇਜ਼ ਇਕਲਸ ਟੂ 5 ਹੈ, ਜਾਂ ਆਈ ਇਜ਼ ਇਕਲ ਟੂ 0 ਹੈ, ਜਾਂ ਆਈ ਇਜ਼ ਇਕਲ ਟੂ 10 ਹੈ, ਕੋਈ ਵੈਲਿਊ ਨਹੀਂ ਆਪਾਂ ਦਿੱਤੀ। ਬਟ ਜੇ ਆਪਾਂ ਆਈ ਦੀ ਵੈਲਿਊ ਇੱਥੇ ਪ੍ਰਿੰਟ ਕਰਾਣੀ ਹੈ, ਰੈਂਡਮਲੀ ਕੋਈ ਵੀ ਆਈ ਦੀ ਵੈਲਿਊ ਹੋ ਸਕਦੀ। ਸਪੋਜ਼ ਕਰੋ ਇਹਦੀ ਵੈਲਿਊ ਹੋਗੀ 3256, मीन्स रैंडम वैल्यू 3256, कोई भी रैंडम वैल्यू है वो आएगी एज अ आउटपुट, क्योंकि ਇਹਦੇ ਵਿੱਚ ਕੀ ਉਹ ਰੈਂਡਮ ਵੈਲਿਊ ਕਿਹੜੀ ਆ, ਉਹ ਗਾਰਬੇਜ ਵੈਲਿਊ, ਕਿ ਜਿਹੜਾ ਕੰਪਾਈਲਰ ਉਹ ਕਿਸੇ ਵੀ ਗਾਰਬੇਜ ਵੈਲਿਊ ਨੂੰ ਡਿਸਪਲੇ ਕਰਾ ਸਕਦਾ ਹੈ। ਸੋ ਇਸ ਚੀਜ਼ ਨੂੰ ਆਪਾਂ ਕਹਿੰਦੇ ਆ ਕਿ ਜਿਹੜੀ ਡਿਫੋਲਟ ਇਨੀਸ਼ੀਅਲ ਵੈਲਿਊ ਕੀ ਹੋਏਗੀ, ਇਹਦੀ ਗਾਰਬੇਜ ਵੈਲਿਊ। ਥਰਡ ਥਿੰਗ ਇਜ਼ ਦਾ ਸਕੋਪ ਮੀਨਸ ਇਹਦਾ ਸਕੋਪ ਕਿੰਨਾ ਕੀ ਹੈ, ਦੈਟ ਇਜ਼ ਲੋਕਲ ਟੂ ਦਾ ਬਲੌਕ ਇਨ ਵਿਚ ਵੇਰੀਏਬਲ ਇਜ਼ ਡਿਫਾਈਨਡ। ਆਈ ਆਪਾਂ ਉਨੀ ਦੇਰ ਤੱਕ ਯੂਜ਼ ਕਰਦੇ ਜਿਸ ਬਲੌਕ 'ਚ ਆਪਾਂ ਆਈ ਨੂੰ ਡਿਫਾਈਨ ਕੀਤਾ, ਇਨੀਸ਼ਲਾਈਜ਼ ਕੀਤਾ, ਉਸੇ ਬਲੌਕ 'ਚ ਹੀ ਆਪਾਂ ਆਈ ਦੀ ਵੈਲਿਊ ਨੂੰ ਯੂਜ਼ ਕਰ ਸਕਦੇ ਹਾਂ। ਉਸ ਬਲੌਕ ਤੇ ਬਾਹਰ ਅਸੀਂ ਆਈ ਨੂੰ ਯੂਜ਼ ਨਹੀਂ ਕਰ ਸਕਦੇ। ਸੋ ਇਹਦੀ ਐਗਜ਼ਿਸਟੈਂਸ ਕੀ ਹੈ, ਇਹਦਾ ਸਕੋਪ ਕੀ ਹੈ, ਲੋਕਲ ਹੈ। ਨੈਕਸਟ ਇਜ਼ ਦਾ ਲਾਈਫ ਮੀਨਸ till the control remains in the section where the variable is defined, means same as it is scope ਕਿ ਜਿਵੇਂ ਇੱਕ section ਦੇ ਵਿੱਚ ਇੱਕ proper area ਵਿੱਚ ਹੀ ਇਹਦਾ scope ਆ, ਇਹਦੀ existence out of the area, out of the block ਨਹੀਂ ਹੈ। क्लियर है, इट मीनस कि ऑटो च ये है कि कोई भी सपोज करो मैं आई अगर आई अगर मैं यूज करती पई वेरिएबल ਨੂੰ, ਉਹ ਵਿਦ ਇਨ ਦਾ ਬਲੌਕ ਹੀ ਉਹਦੀ ਐਗਜ਼ਿਸਟੈਂਸ ਹੋਏਗੀ, ਵਿਦ ਇਨ ਦਾ ਬਲੌਕ ਹੀ ਉਹਦਾ ਸਕੋਪ ਹੋਏਗਾ। ਆਊਟਸਾਈਡ ਦਾ ਬਲੌਕ, ਆਊਟਸਾਈਡ ਦਾ ਪ੍ਰੋਗਰਾਮ ਉਹਦੀ ਐਗਜ਼ਿਸਟੈਂਸ ਨਹੀਂ ਹੈ। ਆਊਟਸਾਈਡ ਦਾ ਪ੍ਰੋਗਰਾਮ ਆਪਾਂ ਨੂੰ ਯੂਜ਼ ਨਹੀਂ ਕਰ ਸਕਦੇ। ਸੋ ਜਿਹੜੇ ਕਿ ਵੇਰੀਏਬਲਸ ਬਿਨਾ ਕਿਸੇ ਸਟੋਰੇਜ ਕਲਾਸ ਤੋਂ ਅਗਰ ਆਪਾਂ ਲਿਖਦੇ ਹਾਂ, ਉਹ ਕਿਹੜੀ ਸਟੋਰੇਜ ਕਲਾਸ ਤੋਂ ਬਿਲੋਂਗ ਕਰਨਗੇ, ਆਟੋ ਸਟੋਰੇਜ ਕਲਾਸ। लाइक मैं हुणे एक एग्जाम्पल दिखाई है, वॉइड में ऑटो इंट आई प्रिंट आई। हुण इहदे विच की है, कोई भी रैंडम वैल्यू आ सकती है, लाइक 3278। 3278 की वैल्यू होएगी, गारबेज वैल्यू होएगी। ठीक है जी, इधर प्रोग्राम देख लो, प्रोग्राम किवें बनावांगे, लाइक वॉइड में है ऑटो इंट आई इज इक्वल्स टू 10, प्रिंट एफ आई नू प्रिंट करा दिता। हुण इत्थे आई नू प्रिंट करावांगे, वैल्यू की आएगी इहदी 10 आएगी, क्योंकि इतने आप इनिशलाइज की आई की वैल्यू 10। सो इतने प्रिंट होगी आई की वैल्यू कितनी होगी, 10 होगी। दैन अगर आप विद इन अ ब्लॉक एक फंक्शन के अंदर दूसरा एक ब्लॉक है, क्लियर है, जिवें वाइडमन मेन फंक्शन है, ये अंदर आप आई नू डिक्लेयर किया, ये अंदर फर्दर एक आई इज इक्वल्स टू 20 नू डिक्लेयर किया विद ऑटो स्टोरेज क्लास। हुण इत्थे मैं आई अगर प्रिंट कराऊंगी, इत्थे आई की वैल्यू किहड़ी आएगी, जिहड़ी इहदे ब्लॉक के अंदर है। सो इहदी एग्जिस्टेंस की होई विद इन अ ब्लॉक, क्लियर है। इत्थे आई की वैल्यू कितनी प्रिंट होएगी, 20। हुण ये ब्लॉक क्लोज हो गया, हुण इत्थे प्रिंट करा रहे प्रिंट आई। हुण इत्थे
आई की वैल्यू कितनी होएगी, जो इस ब्लॉक दे विच आई की वैल्यू है, लाइक आ जिहड़ा आई है ये किस ब्लॉक च बिलोंग करता है, इस ब्लॉक च। क्लियर है, इत्थे आई की वैल्यू कितनी आ रही है, 10 आ रही है। सो इत्थे जिहड़ा अगर आपां प्रिंट करावांगे आई नूं, ते इत्थे वैल्यू कितनी आएगी, 10 आएगी, क्योंकि इत्थे 20 तद आई क्योंकि इस ब्लॉक ओहदी एग्जिस्टेंस ओहदी लाइफ इस ब्लॉक तक ही सीमित सीगी। हुण अगर आपां आउटसाइड दा ब्लॉक इनू यूज करांगे, इत्थे 20 वैल्यू नहीं आएगी, इत्थे 10 वैल्यू आएगी, क्योंकि ये इस मेन ब्लॉक तो बिलोंग करन दिया। सो इस तरीके नाल आपां ऑटो स्टोरेज क्लास दी एग्जांपल नू सॉल्व कीता। सो नेक्स्ट टाइप इज स्टोरेज रजिस्टर स्टोरेज क्लास। रजिस्टर स्टोरेज क्लास अपने नाम तो इटसेल्फ डिफाइन कर रहा है कि जेह्ड़े वेरिएबल्स आ वो कित्थे स्टोर होणगे, रजिस्टर्स च स्टोर होणगे। ईच इच केह् होंदा है कि लाइक 16 बिट दा रजिस्टर है, 16 बिट दा रजिस्टर है, इट मीनस कि ਉਹਦੇ ਚ ਇੰਟੀਜ਼ਰ ਵੈਲਿਊਜ਼ ਹੀ ਆਪਾਂ ਸਟੋਰ ਕਰਾ ਸਕਦੇ। ਇੰਟੀਜ਼ਰ ਡੇਟਾ ਟਾਈਪ ਰਿਲੇਟਡ ਜਿਹੜੇ ਵੇਰੀਏਬਲਸ ਨੇ ਸਿਰਫ ਆਪਾਂ ਉਹਨਾਂ ਨੂੰ ਹੀ ਸਟੋਰ ਕਰਾ ਸਕਦੇ। ਡਬਲ ਹੋ ਗਿਆ, ਫਲੋਟ ਹੋ ਗਿਆ, ਇਹਨਾਂ ਨੂੰ ਆਪਾਂ ਸਟੋਰ ਨਹੀਂ ਕਰਾ ਸਕਦੇ ਕਿਉਂਕਿ ਇਹਦੇ ਵਾਸਤੇ ਸਾਨੂੰ ਜ਼ਿਆਦਾ ਬਾਈਟਸ ਚਾਹੀਦੀਆਂ। ਬਟ ਰਜਿਸਟਰਸ ਇਹ ਅਲਾਉ ਨਹੀਂ ਕਰਦੇ। ਰਜਿਸਟਰ ਸਿਰਫ ਔਰ ਸਿਰਫ 16 ਬਿਟ ਰਜਿਸਟਰਸ ਹੁੰਦੇ ਆ, ਸਿਰਫ ਔਰ ਸਿਰਫ ਇੰਟੀਜ਼ਰ ਡੇਟਾ ਟਾਈਪ ਨੂੰ ਹੀ ਉਹ ਅਲਾਉ ਕਰਦੇ ਆ ਕਿ ਉਹਦਾ ਡੇਟਾ ਸਟੋਰ ਕਰਾ ਸਕੀਏ। ਸੋ ਸਭ ਤੋਂ ਪਹਿਲਾਂ ਕੀਵਰਡ ਕਿਹੜਾ ਯੂਜ਼ ਹੁੰਦਾ, ਰਜਿਸਟਰ। देखो आप जिन्नियां भी स्टोरेज क्लासेस करांगे, स्टोरेज क्लासेस च आप 4 चीज़ां ही हर बारी डिस्कस करनियां। पहला सॉरी 5 थिंग्स आप मेनली डिस्कस करनियां। फर्स्ट थिंग इज दैट कीवर्ड, what will be the keyword which we will use in our program to initialize the storage class, to define the storage class। अगर आप किसी storage class ਦੇ ਕਿਸੇ वेरिएबल ਨੂੰ ਕਿਸੇ कैटेगरी ਦੇ ਵਿੱਚ स्टोर कराउणा है, ਕਿਸੇ storage class ਨੂੰ डिफाइन कराना है, सब तो पहला की आएगा storage class ਦਾ कीवर्ड कि किस कीवर्ड के थ्रू आपां ये डिफाइन करांगे कि साडी स्टोरेज क्लास किस कैटेगरी तो बिलोंग करन दी है। लाइक मैं अगर ऑटो लिखिया अपने वेरिएबल दे अगे, इट मीनस कि वो ऑटोमैटिक स्टोरेज क्लास तो बिलोंग कर रही है। अगर मैं रजिस्टर लिखिया, इट मीनस कि वो किस स्टोरेज क्लास तो बिलोंग कर रही है, रजिस्टर तो। क्लियर है। सो इस तरीके नाल आपां फर्दर 2 टाइप्स करांगे, ਉਹਦੇ ਵੀ मैं तुहानू कीवर्ड्स डिस्कस करांगी। बाकी 4 चीज़ां की है, सब तो मेन थिंग लोकेशन कि अगर वो वेरिएबल है, वो वेरिएबल कित्थे स्टोर हो रहा है, मैमरी च स्टोर हो रहा है कि रजिस्टर च स्टोर हो रहा है। एक्चुअल च की है, इनू बड़ा सिंपल फंडा वा याद करन दा। फर्स्ट कि जेह्ड़ा रजिस्टर ऑटो जेह्ड़े रजिस्टर स्टोरेज क्लास है, रजिस्टर स्टोरेज क्लास के जो वेरिएबल्स है वो सिर्फ और सिर्फ रजिस्टर च ही स्टोर होंगे। बाकी जिन्ने भी स्टोरेज क्लासेस ने उन्होंने जिन्ने भी वेरिएबल्स ने वो सारे के सारे मैमरी च स्टोर होंगे। इट मीनस कि आप ये चीज़ नू बड़े आराम नाल याद कर सकते हैं। सैकेंड थिंग इज रजिस्टर की इनिशियल वैल्यू की है, गारबेज वैल्यू, सेम एज इट इज जी आप ऑटोमैटिक च पढ़ी है कि कोई भी रैंडम गारबेज वैल्यू वो इनिशियल वैल्यू होएगी। सेकेंड थिंग इज सॉरी थर्ड थिंग इज scope same as it is or automatic वाला है, local to the block in which variable is defined। fourth, life same as it is automatic वाली till the control remains in the section where the variable is defined। ਹੁਣ ਇਹਦੀ ਆਪਾਂ एग्जांपल देखते हैं। लाइक फोर लूप है, फोर लूप i is equal to 0, i less than 5 एंड i प्लस प्लस। आप फोर लूप पता है, एक तो आ गया इनिशलाइजेशन, फिर कंडीशन ऑपरेटर आ गया कि लेस देन है ग्रेटर देन है, आई कितों तक चलेगा जिन्ने देर को आई की वैल्यू 5 तो नीचे नहीं होंगी। क्लियर है। एंड आई प्लस प्लस मीनस आई इज इक्वल्स टू आई प्लस 1। क्लियर है। इतने आई आप प्रिंट करवा रहे हैं। हुण इहदे विच की है, आई विद इन अ ब्लॉक ही यूज हो रहा है। क्लियर है। हुण एक प्रोग्राम देखते हैं। वॉइडमैन हम इतने आई है, आई नू आप अगर तो मैं सिंपली इंट आई लिख देता, कोई कीवर्ड नहीं अगर यूज किया, इट मीनस किस स्टोरेज क्लास तो बिलोंग करती है, दैट इज ऑटोमेटिक। अगर मैं अगे रजिस्टर लिख देता कीवर्ड, रजिस्टर कीवर्ड अगर यूज करें, इट मीनस किस स्टोरेज क्लास तो बिलोंग करती है, रजिस्टर स्टोरेज क्लास। क्लियर है। मैं लिखा है रजिस्टर इंट आई, इट मीनस आई किस स्टोरेज क्लास तो बिलोंग कर रहा है, रजिस्टर तो। फोर आई इज इक्वल्स टू 0, आई लेस देन 5 एंड आई प्लस प्लस। हम प्रिंट इज प्रिंट आई। हुण इहदे विच की है, आई विद इन अ ब्लॉक स्टोर हो रहा है, आई की वैल्यू रजिस्टर च स्टोर हो रही है, तो यदी इनिशियल वैल्यू की होएगी, कोई भी गारबेज वैल्यू। सो इस तरीके नाल आपां रजिस्टर क्लास नूं डिफाइन किया। सो नैक्सट टाइप इज द स्टैटिक स्टोरेज क्लास। स्टैटिक स्टोरेज क्लास मीनस कि इहदे विच कीवर्ड किहड़ा यूज हो रहा, स्टैटिक। डेटा जिहड़े वेरिएबल्स ने वो कित्थे स्टोर हो रहे हैं, मैमरी दे विच।
ਇਹਦੀ ਇਨੀਸ਼ੀਅਲ ਵੈਲਿਊ ਕਿੰਨੀ ਹੈ 0। ਜਿਵੇਂ ਕਿ ਆਪਾਂ ਪ੍ਰੀਵੀਅਸ 2 ਟਾਈਪਸ ਪੜ੍ਹੀਆਂ ਰਜਿਸਟਰ ਤੇ ਆਟੋਮੈਟਿਕ, ਉਹਦੀ ਇਨੀਸ਼ੀਅਲ ਡਿਫਾਲਟ ਵੈਲਿਊ ਕਿਹੜੀ, ਡਿਫਾਲਟ ਇਨੀਸ਼ੀਅਲ ਵੈਲਿਊ ਕਿਹੜੀ ਹੈਗੀ ਗਾਰਬੇਜ ਵੈਲਿਊ। ਬਟ ਸਟੈਟਿਕ ਸਟੋਰੇਜ ਦੇ ਵਿੱਚ ਕੀ ਹੈ ਇਨੀਸ਼ੀਅਲ ਵੈਲਿਊ ਕਿੰਨੀ ਹੈ 0। ਦੈਨ ਸਕੋਪ ਲੋਕਲ ਟੂ ਦਾ ਬਲੌਕ ਇਨ ਵਿਚ ਵੇਰੀਏਬਲ ਇਜ਼ ਡਿਫਾਈਨਡ। ਸਕੋਪ ਕੀ ਹੈ ਵਿਦਿਨ ਅ ਬਲੌਕ, ਜਿਹਦੇ 'ਚ ਆਪਾਂ ਉਹਨੂੰ ਡਿਫਾਈਨ ਕੀਤਾ ਉਹਦੇ ਉਨਾ ਹੀ ਚਾਹੀਦਾ ਆਪਾਂ ਉਹਨੂੰ ਯੂਜ਼ ਕਰ ਸਕਦੇ ਹਾਂ। ਲਾਈਫ ਆਫ ਅ ਵੇਰੀਏਬਲ persist or preserve between different function calls। ਇਟ ਮੀਨਸ ਇਹਦੀ ਲਾਈਫ ਵੇਰੀ ਕਰ ਰਹੀ ਹੈ ਅਗਰ ਆਪਾਂ ਫੰਕਸ਼ਨ ਕਾਲ ਕਰਦੇ ਪਏ ਹਾਂ। ਅਗਰ ਮੈਂ ਸਟੈਟਿਕ ਵੇਰੀਏਬਲ ਨੂੰ ਡਿਫਾਈਨ ਕਰਦੀ ਹਾਂ ਇਹਨੂੰ, ਇਟ ਮੀਨਸ ਮੈਂ ਬਾਰ ਯੂਜ਼ ਕਰ ਸਕਦੀ ਹਾਂ। ਕਲੀਅਰ ਹੈ। ਮੀਨਸ ਜਦੋਂ ਆਪਾਂ ਫੰਕਸ਼ਨ ਨੂੰ ਕਾਲ ਕਰਾਂਗੇ ਉਸ ਟਾਈਮ ਆਪਾਂ ਉਹਨੂੰ ਯੂਜ਼ ਕਰ ਸਕਦੇ ਹਾਂ। ਹੁਣ ਇਹਦੀ ਐਗਜ਼ਾਮਪਲ ਦੇਖਦੇ ਹਾਂ। ਸੋ ਸਭ ਤੋਂ ਪਹਿਲਾਂ ਕੀ ਹੈ ਹੈਸ਼ ਇੰਕਲੂਡ std.h void increment। ਹੁਣ ਆਪਾਂ ਫੰਕਸ਼ਨਸ ਦਾ ਚੈਪਟਰ ਕੀਤਾ ਸੀਗਾ। ਫੰਕਸ਼ਨ ਨੂੰ ਆਪਾਂ 3 ਪਾਰਟਸ ਡਿਵਾਈਡ ਕੀਤਾ ਸੀਗਾ ਯੂਜ਼ਰ ਡਿਫਾਈਨਡ ਫੰਕਸ਼ਨਸ ਨੂੰ। ਫਸਟ ਵਾਜ਼ ਫੰਕਸ਼ਨ ਡੈਕਲੇਰੇਸ਼ਨ, ਦੈਨ ਫੰਕਸ਼ਨ ਕਾਲ ਐਂਡ ਫੰਕਸ਼ਨ ਡੈਫੀਨੇਸ਼ਨ। ਕਲੀਅਰ ਹੈ। ਫੰਕਸ਼ਨ ਡੈਕਲੇਰੇਸ਼ਨ ਕਿੱਥੇ ਆਉਂਦੀ ਹੈ void main ਫੰਕਸ਼ਨ ਤੋਂ ਉੱਪਰ ਆਪਾਂ ਫੰਕਸ਼ਨ ਨੂੰ ਡਿਕਲੇਅਰ ਕਰੀਦਾ। ਕਲੀਅਰ ਹੈ। ਆਪਾਂ ਉਹਨੂੰ ਫੰਕਸ਼ਨ ਪ੍ਰੋਟੋਟਾਈਪ ਵੀ ਕਹਿੰਦੇ ਹਾਂ। ਕਲੀਅਰ ਹੈ। ਹੁਣ ਇਹਦੇ ਵਿੱਚ ਆਪਾਂ ਇੱਕ ਫੰਕਸ਼ਨ ਕਾਲ ਕਰ ਰਹੇ ਹਾਂ ਇੰਕਰੀਮੈਂਟ ਫੰਕਸ਼ਨ ਨੂੰ ਆਪਾਂ ਕਾਲ ਕਰਦੇ ਹਾਂ। 3 ਟਾਈਮਸ ਆਪਾਂ ਇੰਕਰੀਮੈਂਟ ਆਪਰੇਟਰ ਫੰਕਸ਼ਨ ਨੂੰ ਯੂਜ਼ ਕੀਤਾ। ਕਲੀਅਰ ਹੈ। ਇੰਕਰੀਮੈਂਟ ਦੇਖੋ ਇਹ ਕੀ ਹੈ ਫੰਕਸ਼ਨ ਕਾਲਿੰਗ। ਕਲੀਅਰ ਹੈ। ਹੁਣ ਜਦੋਂ ਵੀ ਸਪੋਜ਼ ਕਰੋ ਇੱਥੇ ਇੰਕਰੀਮੈਂਟ ਫੰਕਸ਼ਨ ਕਾਲ ਆਇਆ, ਫਸਟ ਕਾਲ ਆਈ, ਠੀਕ ਹੈ। ਫਸਟ ਕਾਲ ਦੇਖੋ ਫਸਟ ਕਾਲ ਆਈ। ਹੁਣ void increment ਇਹ ਕੀ ਹੈ ਸੇਮ ਐਜ਼ ਇਟ ਇਜ਼ ਸਾਡੀ ਫੰਕਸ਼ਨ ਡੈਕਲੇਰੇਸ਼ਨ ਹੈ। ਡੈਕਲੇਰੇਸ਼ਨ ਤੇ ਡੈਫੀਨੇਸ਼ਨ 'ਚ ਕੀ ਡਿਫਰੈਂਸ ਹੈ ਕਿ ਇਹ ਡੈਫੀਨੇਸ਼ਨ 'ਚ ਆਪਾਂ ਸੈਮੀਕੋਲਨ ਨਹੀਂ ਲਗਾਈਦਾ ਤੇ ਡੈਕਲੇਰੇਸ਼ਨ 'ਚ ਆਪਾਂ ਸੈਮੀਕੋਲਨ ਲਗਾਈਦਾ। ਕਲੀਅਰ ਹੈ। ਹੁਣ void increment ਇਹਦੇ 'ਚ ਲਿਖਿਆ ਹੈ I is equals to 1। कीवर्ड ਕਿਹੜਾ ਅੱਗੇ ਲਿਖਿਆ ਹੋਇਆ ਸਟੈਟਿਕ। ਇਟ ਮੀਨਸ I ਕਿਸ ਕੈਟਾਗਰੀ ਤੋਂ ਬਿਲੋਂਗ ਕਰਦੇ ਆ ਸਟੈਟਿਕ ਸਟੋਰੇਜ ਕਲਾਸ ਤੋਂ। ਕਲੀਅਰ ਹੈ। ਹੁਣ ਪ੍ਰਿੰਟ ਕਰਾ ਦਿੱਤਾ I ਨੂੰ ਅਗਰ ਆਪਾਂ ਇੱਥੇ ਪ੍ਰਿੰਟ ਕਰਾਵਾਂਗੇ I ਦੀ ਵੈਲਿਊ ਕਿੰਨੀ ਆਏਗੀ 1। ਕਲੀਅਰ ਹੈ। ਉਸ ਤੋਂ ਬਾਅਦ ਆਇਆ I is equals to I plus 1। ਇਟ ਮੀਨਸ 1 plus 1 ਦੈਟ ਮੀਨਸ I is equals to 2 ਹੋ ਗਿਆ। ਹੁਣ ਵਾਪਿਸ ਤੋਂ ਜਦੋਂ ਆਪਾਂ ਇੰਕਰੀਮੈਂਟ ਆਪਰੇਟਰ, ਹੁਣ ਇੱਥੇ I ਦੀ ਵੈਲਿਊ ਕਿੰਨੀ ਆ ਗਈ ਪਹਿਲਾਂ 1 ਆ ਗਈ। ਹੁਣ ਸੈਕਿੰਡ ਟਾਈਮ ਜਦੋਂ ਇੰਕਰੀਮੈਂਟ ਆਪਰੇਟਰ ਕਾਲ ਹੋਏਗਾ, ਲਾਈਕ ਇੰਕਰੀਮੈਂਟ ਆਪਰੇਟਰ ਕਾਲ ਹੋਇਆ void increment, then I is equals to 1। ਹੁਣ I is equals to 1 ਉਹਨੂੰ ਕੰਸੀਡਰ ਨਹੀਂ ਕਰੇਗਾ। ਉਹ ਕੀ ਕਰੇਗਾ ਜਿਹੜੀ ਆਪਾਂ ਪ੍ਰੀਵੀਅਸ ਵੈਲਿਊ I ਦੀ ਸਟੋਰ ਕਰਾਈ ਹੈ। ਕਲੀਅਰ ਹੈ। ਸਟੈਟਿਕ ਦਾ ਮਤਲਬ ਕਿ ਫਿਕਸਡ ਵੈਲਿਊ। ਇੱਕ ਵਾਰੀ ਜਿਹੜੀ ਆਪਾਂ ਵੈਲਿਊ ਫਿਕਸ ਕਰਾਤੀ ਹੈ, ਜਿਹੜੀ ਅਗਰ ਮੈਂ ਕੋਈ ਵੀ ਆਪਰੇਸ਼ਨ ਪਰਫਾਰਮ ਕੀਤਾ I is equals to I plus 2 ਕਰਦੀ I plus 1 ਕਰਦੀ ਹਾਂ, ਜੋ ਉਹਦੀ ਲਾਸਟ ਵੈਲਿਊ ਆਪਾਂ ਸਟੋਰ ਕਰਾਈ ਹੈ I ਦੀ ਉਹ ਐਜ਼ ਇਟ ਇਜ਼ ਹੀ ਰਹੇਗੀ। ਇਸ ਕਰਕੇ ਆਪਾਂ ਇਹਨੂੰ ਸਟੈਟਿਕ ਕਹਿੰਦੇ ਕਿ ਜੋ ਇਹਦੀਆਂ ਵੈਲਿਊਜ਼ ਨੇ ਐਜ਼ ਇਟ ਇਜ਼ ਹੀ ਰਹਿਣਗੀਆਂ। ਹੁਣ I is equals to I plus 1 ਹੈ। ਇਟ ਮੀਨਸ ਕਿ I ਦੀ ਪ੍ਰੀਵੀਅਸ ਵੈਲਿਊ ਕਿੰਨੀ ਸੀਗੀ 2 ਸੀਗੀ। ਹੁਣ ਅਗਰ ਆਪਾਂ I ਇੱਥੇ ਪ੍ਰਿੰਟ ਕਰਾਉਂਦੇ ਹਾਂ ਸੈਕਿੰਡ ਕਾਲ ਟਾਈਮ I ਦੀ ਵੈਲਿਊ ਕਿੰਨੀ ਪ੍ਰਿੰਟ ਹੋਏਗੀ 2 ਪ੍ਰਿੰਟ ਹੋਏਗੀ। ਕਲੀਅਰ ਹੈ। ਹੁਣ ਫਿਰ 2 ਪ੍ਰਿੰਟ ਕਰਾਉਣ ਤੋਂ ਬਾਅਦ ਤੇ 2 ਪ੍ਰਿੰਟ ਹੋਈ। ਉਸ ਤੋਂ ਬਾਅਦ ਨੈਕਸਟ ਲਾਈਨ ਕੀ ਹੈ I is equals to I plus 1। ਇਟ ਮੀਨਸ ਕਿ 2 plus 1 I ਦੀ ਵੈਲਿਊ ਕਿੰਨੀ ਹੋ ਗਈ 3 ਹੋ ਗਈ। ਹੁਣ ਥਰਡ ਟਾਈਮ ਜਦੋਂ ਇੰਕਰੀਮੈਂਟ ਆਪਰੇਟਰ ਇੰਕਰੀਮੈਂਟ ਫੰਕਸ਼ਨ ਜਦੋਂ ਕਾਲ ਹੋਇਆ ਇੱਥੇ I ਦੀ ਵੈਲਿਊ ਜਦੋਂ ਅਸੀਂ ਪ੍ਰਿੰਟ ਕਰਾਵਾਂਗੇ I ਦੀ ਵੈਲਿਊ ਕਿੰਨੀ ਹੋ ਜਾਏਗੀ 3 ਹੋ ਜਾਏਗੀ। ਕਲੀਅਰ ਹੈ। ਸੋ ਇਸ ਤਰੀਕੇ ਨਾਲ ਆਪਾਂ ਵੈਲਿਊ ਨੂੰ ਸਟੈਟਿਕ ਕਰਨੇ ਆ, ਫਿਕਸ ਕਰਨੇ ਆ ਤੇ ਸਟੈਟਿਕ ਕੀਵਰਡ ਇਸ ਤਰੀਕੇ ਨਾਲ ਆਪਾਂ ਯੂਜ਼ ਕਰਦੇ ਆ। ਕਲੀਅਰ ਹੈ। ਇਹ ਸੀ ਸਾਡਾ ਸਟੈਟਿਕ ਸਟੋਰੇਜ ਕਲਾਸ। ਸੋ ਨੈਕਸਟ ਟਾਈਪ ਇਜ਼ ਦਾ ਐਕਸਟਰਨਲ ਸਟੋਰੇਜ ਕਲਾਸ। ਐਕਸਟਰਨਲ ਉਹਦੇ ਨਾਮ ਤੋਂ ਡਿਫਾਈਨਡ ਹੈ ਕਿ ਅਗਰ ਆਪਾਂ ਕੋਈ ਵੇਰੀਏਬਲ ਆ ਆਊਟਸਾਈਡ ਦਾ ਅਗਰ ਫੰਕਸ਼ਨ ਆਪਾਂ ਉਹਨੂੰ ਯੂਜ਼ ਕਰਨਾ ਹੈ। ਕਲੀਅਰ ਹੈ। ਉਹ ਆਊਟਸਾਈਡ ਦਾ ਲਾਈਕ ਆਪਾਂ ਨੂੰ ਗਲੋਬਲੀ ਅਗਰ ਉਹਨੂੰ ਯੂਜ਼ ਕਰਨਾ ਹੈ ਉਸ ਪਰਪਸ ਲਈ ਉਸ ਵੇਰੀਏਬਲ ਨੂੰ ਆਪਾਂ ਐਕਸਟਰਨਲ ਸਟੋਰੇਜ ਕਲਾਸ ਦੇ ਵਿੱਚ ਸਟੋਰ ਕਰਾਵਾਂਗੇ। ਕਲੀਅਰ ਹੈ। ਇਹਦੇ ਵਾਸਤੇ ਕੀਵਰਡ ਕਿਹੜਾ ਯੂਜ਼ ਕਰਦੇ ਹਾਂ ਐਕਸਟਰਨ। ਲੋਕੇਸ਼ਨ ਮੀਨਸ ਕੀਵਰਡ ਕਿੱਥੇ ਜਿਹੜੇ ਵੇਰੀਏਬਲਸ ਕਿੱਥੇ ਸਟੋਰ ਹੋਣਗੇ ਮੈਮਰੀ 'ਚ ਸਟੋਰ ਹੋਣਗੇ। ਇਨੀਸ਼ੀਅਲ ਵੈਲਿਊ ਉਹਨਾਂ ਦੀ 0 ਹੋਏਗੀ। ਸਕੋਪ ਉਹਦਾ ਗਲੋਬਲ ਹੋਏਗਾ। ਗਲੋਬਲ ਮੀਨਸ ਕਿ ਆਪਾਂ ਉਹਨੂੰ ਗਲੋਬਲੀ ਵੇਰੀਏਬਲਸ ਨੂੰ ਯੂਜ਼ ਕਰ ਸਕਦੇ ਹਾਂ, ਉਹਦੀ ਵੈਲਿਊਜ਼ ਨੂੰ ਯੂਜ਼ ਕਰ ਸਕਦੇ ਹਾਂ। ਐਂਡ ਲਾਈਫ ਟਿਲ ਦਾ ਐਂਡ ਆਫ ਦਾ ਐਗਜ਼ੀਕਿਊਸ਼ਨ ਆਫ ਦੀ ਪ੍ਰੋਗਰਾਮ। ਜਿੰਨੀ ਦੇਰ ਸਾਡਾ ਪ੍ਰੋਗਰਾਮ ਖਤਮ ਨਹੀਂ ਹੋ ਜਾਂਦਾ ਉਨੀ ਦੇਰ ਤੱਕ ਉਹਦੀ ਲਾਈਫ ਐਗਜ਼ਿਸਟ ਕਰਦੀ ਹੈ, ਉਨੀ ਦੇਰ ਤੱਕ ਉਹ ਵੇਰੀਏਬਲ ਐਗਜ਼ਿਸਟ ਕਰਦਾ ਹੈ। ਮੀਨਸ ਆਪਾਂ ਥਰੂ ਆਊਟ ਦੀ ਪ੍ਰੋਗਰਾਮ ਆਪਾਂ ਉਹਨੂੰ ਯੂਜ਼ ਕਰ ਸਕਦੇ ਹਾਂ ਕਿਉਂਕਿ ਉਹਨੂੰ ਆਪਾਂ ਗਲੋਬਲੀ ਡਿਕਲੇਅਰ ਕੀਤਾ। ਹੁਣ ਦਾ ਪ੍ਰੋਗਰਾਮ ਦੇਖੋ
हैश इंक्लूड stdio डॉट हैश ये फंक्शन लगाया एक डिस्प्ले फंक्शन तो एक शो फंक्शन ये की करता आप फंक्शन की डैक्लेरेशन कर दी हुन डैक्लेरेशन करने तो बाद आप लिखा इंट आई इज इक्वल्स टू 10 क्लियर है मीनस वॉइड मेन तो पहला आप लिखा इंट आई इज इक्वल्स टू 10 हुन इत्थे आई की है साडा एक्सटर्नल स्टोरेज क्लास तो बिलोंग करदा वेरिएबल क्लियर है क्योंकि इन्हों आप आउटसाइड द फंक्शन इन्हों यूज करते पे हैं क्लियर है इट मीनस इस वेरिएबल आप पूरे दे पूरे प्रोग्राम च एज इट इज यूज कर सकते हैं क्लियर हुन लाइक वॉइडमेन फंक्शन स्टार्ट किया ये डिस्प्ले फंक्शन कॉल होया दैन शो फंक्शन कॉल होया जो डिस्प्ले फंक्शन कॉल होएगा इट मीनस कि कंट्रोल सारा इतने ट्रांसफर हो गया क्लियर है वॉइड डिस्प्ले प्रिंट कराई आई दी वैल्यू कितनी स्टोर कराई थी आप आई इज इक्वल्स टू 10 सो इतने की प्रिंट हो गया 10 प्रिंट हो गया अगर नेक्स्ट आ गया शो फंक्शन कॉल किया शो फंक्शन ने जो कॉल किया इतने आई की वैल्यू प्रिंट कराई आई की वैल्यू कितनी आ गई 10 इट मीनस कि जिस चीज़ ਨੂੰ ਆਪਾਂ ग्लोबली अगर आप डिक्लेयर कर दें उस वेरीएबल ਨੂੰ ਆਪਾਂ थ्रू आउट द प्रोग्राम यूज कर सकते हैं वैल्यू ਨੂੰ थ्रू आउट द प्रोग्राम आप यूज कर सकते बिना उसको चेंज किए क्लियर है हुन ये एक चीज़ नोट की होनी कि मैं इतने लिखा इंट आई इज इक्वल्स टू 10 इट मीनस मैं अगे एक्सटर्न नहीं लिखा बट ये चीज़ है कि मैं वॉइडमेन के उपर इन्हों डिक्लेयर किया जे आप वॉइडमेन के उपर इन्हों डिक्लेयर किए वो बाय डिफॉल्ट एक्सटर्नल कैटेगरी ही स्टोर होएगा एक्सटर्नल स्टोरेज क्लास की कैटेगरी ही स्टोर होएगा क्लियर है हुन ये अगे मैं एक्सटर्न भी लिख सकती हाँ तो विदाउट एक्सटर्न भी मैं आई उपर डिक्लेयर कर सकती वैल्यू सो ये साडी सीगी एक्सटर्नल स्टोरेज क्लास